ਹੁਣ ਅਸੀਂ ਗੱਲ ਕਰਾਂਗੇ ਸੈਕਸ਼ਨ ਨੰਬਰ 112 ਆਫ ਇੰਡੀਅਨ ਐਵੀਡੈਂਸ ਐਕਟ 1872 ਦੇ ਬਾਰੇ, ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਵਾ ਫਰੋਮ ਦੀ ਐਗਜ਼ਾਮੀਨੇਸ਼ਨ ਪੁਆਇੰਟ ਆਫ View, ਕਿਉਂਕਿ ਇਸ ਸੈਕਸ਼ਨ ਦੇ ਵਿੱਚ ਕਨਕਲੂਸਿਵ ਪ੍ਰੂਫ ਆਫ ਲੈਜੀਟੀਮੇਸੀ ਦੱਸਿਆ ਹੋਇਆ ਹੈ। तो ਸੈਕਸ਼ਨ 112 ਦੇ ਹੈਡਿੰਗ ਤੋਂ ਹੀ ਪਤਾ ਲੱਗਦਾ ਏ ਕਿ ਅਗਰ ਕਿਸੇ ਬੱਚੇ ਦਾ ਬਰਥ ਉਹਦੇ ਪੇਰੈਂਟਸ ਦੀ ਮੈਰਿਜ ਦੇ ਦਰਮਿਆਨ ਹੁੰਦਾ ਏ, ਤਾਂ ਇਹ ਗੱਲ ਮੰਨੀ ਜਾਏਗੀ ਕਿ ਉਹ ਬੱਚਾ ਜਿਹੜਾ ਏ ਉਹ ਉਸ ਆਪਣੇ ਜੋ ਆਪਣੀ ਮਦਰ ਦੇ ਹਸਬੈਂਡ ਦਾ ਹੀ ਬੇਟਾ ਹੈਗਾ ਏ ਜਾਂ ਬੇਟੀ ਹੈਗੀ ਏ। ਤੇ ਅਗਰ ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਹਸਬੈਂਡ ਐਂਡ ਵਾਈਫ ਦੇ ਵਿੱਚ ਤਲਾਕ ਹੋ ਗਿਆ ਤੇ ਬੱਚੇ ਦਾ ਜਨਮ ਤਲਾਕ ਹੋਣ ਤੋਂ ਬਾਅਦ ਵਿੱਚ 280 ਦਿਨ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਏ, ਤੇ ਅਗਰ ਉਸ 280 ਦਿਨ ਦੇ ਵਿੱਚ ਮਦਰ ਕੁਵਾਰੀ ਰਹਿੰਦੀ ਆ, ਅਨਮੈਰਿਡ ਰਹਿੰਦੀ ਆ, ਦੂਜਾ ਵਿਆਹ ਨਹੀਂ ਕਰਦੀ, ਤੇ ਉਸ ਟਾਈਮ ਦੇ ਉੱਤੇ ਇਹ ਗੱਲ ਮੰਨੀ ਜਾਏਗੀ ਕਿ ਜਿਸ ਬੰਦੇ ਦੇ ਨਾਲ ਉਹਦੀ ਮਦਰ ਦਾ ਤਲਾਕ ਹੋਇਆ ਸੀ ਉਹ ਉਸ ਬੰਦੇ ਦਾ ਹੀ ਲੈਜੀਟੀਮੇਟ ਬੱਚਾ ਹੈਗਾ ਏ। ਤੋ ਇਸ ਨੂੰ ਕਨਕਲੂਸਿਵ ਪ੍ਰੂਫ ਮੰਨਿਆ ਹੋਇਆ ਏ, ਇਸ ਨੂੰ ਕਨਕਲੂਸਿਵ ਪ੍ਰੂਫ ਮੰਨਿਆ ਹੋਇਆ ਏ, ਤੋ ਇਹਨੂੰ ਝੁਠਲਾਉਣ ਦੀ ਵੀ ਕੋਈ ਐਵੀਡੈਂਸ ਨਹੀਂ ਦਿੱਤੀ ਜਾ ਸਕਦੀ। ਪਰ ਅਗਰ ਮੰਨ ਲਓ ਬੰਦਾ ਜਾਂ ਕੋਈ ਹੋਰ ਵਿਅਕਤੀ ਇਸ ਗੱਲ ਦੀ ਗਵਾਹੀ ਦੇ ਦਿੰਦਾ ਏ ਕਿ ਬੱਚੇ ਦਾ ਜਨਮ ਤਾਂ ਮੈਰਿਜ ਦੇ ਦਰਮਿਆਨ ਹੋਇਆ ਏ, ਵੈਲਿਡ ਮੈਰਿਜ ਦੀ ਪੈਂਡੈਂਸੀ ਦੇ ਦੌਰਾਨ ਹੋਇਆ ਏ, ਤੇ ਜਾਂ ਬੱਚੇ ਦਾ ਜਨਮ ਤਾਂ 280 ਦਿਨ ਦੇ ਵਿੱਚ ਹੋਇਆ ਏ, ਪਰ ਜਦੋਂ ਬੱਚਾ ਬਿਗੋਟਨ ਹੋਣਾ ਸੀ, ਜਦੋਂ ਬੱਚਾ ਬਿਗੋਟਨ ਹੋਣਾ ਸੀ ਉਸ ਟਾਈਮ ਦੇ ਉੱਤੇ ਪਾਰਟੀਜ਼ ਟੂ ਦੀ ਮੈਰਿਜ ਤਾਂ ਇੱਕ ਦੂਜੇ ਦੇ ਕੋਲ ਹੀ ਨਹੀਂ ਹੈਗੇ ਸੀ। ਪਾਰਟੀਜ਼ ਟੂ ਦਾ ਮੈਰਿਜ ਦਾ ਆਪਸ ਦੇ ਵਿੱਚ ਕੋਈ ਫਿਜ਼ੀਕਲ ਅਸੈਸ ਹੀ ਨਹੀਂ ਹੋਇਆ। ਅਗਰ ਇਹ ਚੀਜ਼ ਸ਼ੋ ਕਰ ਦਿੱਤੀ ਜਾਂਦੀ ਆ, ਮੰਨ ਲਓ ਉਸ ਵਿਅਕਤੀ ਦੇ ਦੁਆਰਾ, ਜਿਸ ਵਿਅਕਤੀ ਨੂੰ ਕਿਹਾ ਜਾ ਰਿਹਾ ਏ ਕਿ ਇਸ ਬੱਚੇ ਦਾ ਤੂੰ ਲੈਜੀਟੀਮੇਟ ਫਾਦਰ ਹੈਗਾ ਏ ਜਾਂ ਬੱਚਾ ਤੇਰਾ ਲੈਜੀਟੀਮੇਟ ਬੱਚਾ ਹੈਗਾ ਏ, ਤਾਂ ਉਸ ਵਿਅਕਤੀ ਦੇ ਦੁਆਰਾ ਅਗਰ ਇਹ ਚੀਜ਼ ਕੋਰਟ ਦੇ ਵਿੱਚ ਸਾਬਤ ਕਰ ਦਿੱਤੀ ਜਾਂਦੀ ਆ ਕਿ ਜੋ ਪਾਰਟੀਜ਼ ਟੂ ਦੀ ਮੈਰਿਜ ਇੱਕ ਦੂਜੇ ਦੇ ਕੋਲ ਹੀ ਨਹੀਂ ਸੀ ਹੈਗੀਆਂ, ਤਾਂ ਜੇ ਇੱਕ ਦੂਜੇ ਦੇ ਕੋਲ ਹੀ ਨਹੀਂ ਹੈਗੀਆਂ ਸੀ ਤੇ ਬੱਚਾ ਕਿਸ ਤਰੀਕੇ ਨਾਲ ਬਿਗੋਟਨ ਹੋ ਗਿਆ, ਉਸ ਟਾਈਮ ਦੇ ਉੱਤੇ ਇਸ ਕਨਕਲੂਸਿਵ ਪ੍ਰੂਫ ਨੂੰ ਵੀ ਝੁਠਲਾਇਆ ਜਾ ਸਕਦਾ ਏ। तो ਸੈਕਸ਼ਨ 112 ਕਿੱਦਾਂ ਸ਼ੁਰੂ ਹੁੰਦਾ ਏ? ਬਰਥ ਡਿਊਰਿੰਗ ਮੈਰਿਜ, ਕਨਕਲੂਸਿਵ ਪ੍ਰੂਫ ਆਫ ਲੈਜੀਟੀਮੇਸੀ, the fact that any person was born during the continuance of a valid marriage between his mother and any man। तो ਇੱਥੇ ਐਨੀ ਮੈਨ ਲਿਖਿਆ, ਫਾਦਰ ਨਹੀਂ ਲਿਖਿਆ, ਕਿ ਫੈਕਟ ਹੈਗਾ ਵਾ ਕਿ ਅਗਰ ਇੱਕ ਵਿਅਕਤੀ ਪੈਦਾ ਹੋਇਆ ਵੈਲਿਡ ਮੈਰਿਜ ਦੀ ਕੰਟੀਨਿਊਸ ਦੇ ਦੌਰਾਨ, तो वैलिड मैरिज किहदे दरमियान चलती पई, ਉਹਦੀ ਮਦਰ ਤੇ ਕਿਸੇ ਮੈਨ ਦੇ ਨਾਲ ਚੱਲਦੀ ਪਈ ਸੀ, ਤੇ ਜਾਂ ਬੱਚਾ ਪੈਦਾ ਹੋਇਆ ਏ ਵਿਦਿਨ 280 ਡੇਜ਼, 280 ਦਿਨਾਂ ਦੇ ਵਿੱਚ ਬੱਚਾ ਪੈਦਾ ਹੋਇਆ ਆਫਟਰ ਦੀ ਡੈਜ਼ੋਲੂਸ਼ਨ ਆਫ ਦੀ ਮੈਰਿਜ, ਤੇ ਡੈਜ਼ੋਲੂਸ਼ਨ ਹੋ ਗਈ, ਤਲਾਕ ਹੋ ਗਿਆ, ਤਲਾਕ ਹੋਣ ਤੋਂ ਬਾਅਦ ਵਿੱਚ ਵੀ 280 ਦਿਨ ਦੇ ਵਿੱਚ ਬੱਚਾ ਪੈਦਾ ਹੋ ਗਿਆ, ਮਦਰ ਅਨਮੈਰਿਡ ਸੀ। तो अगर मदर अनमैरिड सी तो इट विल बी द कंक्लूसिव प्रूफ कि जो बच्चा हैगा ए वो पर्सन हैगा ए, ही इज द लेजिटिमेट सन ऑफ दैट मैन। और अगर अनलेस इट कैन बी शोन that parties to the marriage had no access to each other at any time when he could have been begotten, तो फिर इस प्रजम्पशन ਨੂੰ ਝੁਠਲਾਇਆ ਜਾ ਸਕਦਾ ਹੈ। तो ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਹੈ। तो दूसरी गल जिथे की 280 दिन के अगर बच्चा पैदा होता है, मान लो अगर अज तलाक हो गया, अज के दिन तलाक होया, तो उस विमेन ने हफ्ते बाद दूसरी शादी कर ली, या मान लो 2-3 महीने बाद शादी कर ली, तो उस 2-3 महीने बाद शादी करने तो बाद अगर कोई बच्चा पैदा हो जाता फिर इत्थे 112 अप्लाई नहीं होएगा, उत्थे 112 अप्लाई नहीं होएगा। सो आई वांट टू रिपीट सेक्शन 112, birth during marriage conclusive proof of legitimacy, the fact that any person was born during the continuance of valid marriage between his mother and any man, or within 280 days after its dissolution, the mother remaining unmarried, shall be conclusive proof that he is the legitimate son of that man, unless it can be shown that parties to the marriage had no access to each other, कि इन्हां दा access एक दूजे दे नाल नहीं सी हैगा at any time when he could have been begotten।
ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ 112। ਹੁਣ ਅਸੀਂ ਗੱਲ ਕਰਨੀ ਹੈ ਸੈਕਸ਼ਨ 113 ਦੇ ਬਾਰੇ। ਪ੍ਰੂਫ ਆਫ ਸਿਸੇਸ਼ਨ ਆਫ ਟੈਰੀਟਰੀ। ਸਿਸੇਸ਼ਨ ਦਾ ਮਤਲਬ ਆ ਜਦੋਂ ਆਪਾਂ ਆਪਣੀ ਟੈਰੀਟਰੀ ਛੱਡ ਦਿੰਦੇ ਆ। ਸਿਸੇਸ਼ਨ ਆਫ ਟੈਰੀਟਰੀ ਦਾ ਮਤਲਬ ਜਦੋਂ ਇੰਡੀਆ ਨੇ ਕੋਈ ਟੈਰੀਟਰੀ ਛੱਡ ਦਿੱਤੀ। तो ਸੈਕਸ਼ਨ 113 ਦੇ ਵਿੱਚ ਕੀ ਲਿਖਿਆ ਕਿ ਅਗਰ ਕੋਈ ਆਫੀਸ਼ੀਅਲ ਗਜ਼ਟ ਦੇ ਵਿੱਚ ਕੋਈ ਨੋਟੀਫਿਕੇਸ਼ਨ ਆ that any portion of British territory has before the commencement of part 3rd of the Government of India Act 1935, तो Government of India Act 1935 ਤੇ ਪਾਰਟ ਨੰਬਰ 3 ਦੀ ਕਮੈਂਸਮੈਂਟ ਤੋਂ ਪਹਿਲਾਂ ਕਿਸੇ ਪੋਰਸ਼ਨ ਨੂੰ ਅਗਰ ਕਿਸੇ ਨੇਟਿਵ ਸਟੇਟ ਦੇ ਕੋਲ ਅਸੀਂ ਗਿਵ ਅਪ ਕਰ ਦਿੱਤਾ ਹੈ, ਕਿਸੇ ਰਾਜੇ ਜਾਂ ਕਿਸੇ ਰੂਲਰ ਦੇ ਕੋਲ ਅਗਰ ਆਪਾਂ ਗਿਵ ਅਪ ਕਰ ਦਿੱਤਾ ਸੀ, ਸੀਜ਼ ਕਰ ਦਿੱਤਾ ਹੈ, तो उस नोटिफिकेशन ਨੂੰ ਕਨਕਲੂਸਿਵ ਪ੍ਰੂਫ ਮੰਨਿਆ ਜਾਊਗਾ ਕਿ ਉਸ ਟੈਰੀਟਰੀ ਦੀ ਵੈਲਿਡ ਸਿਸੇਸ਼ਨ ਹੋਈ ਸੀ, took place at the date mentioned in such notification। ਇੱਕ ਵਾਰ ਮੈਂ ਰਿਪੀਟ ਕਰ ਦਿੰਦਾ ਸੈਕਸ਼ਨ 113। a notification in the official gazette that any portion of British territory as before the commencement of part 3rd of the Government of India Act 1935 had been ceded to any native state prince or ruler, it shall be conclusive proof that a valid cessation of such territory took place at the date mentioned in such a notification। So this is something about section 113। तो 113 is not so much important। ਹੁਣ ਗੱਲ ਕਰਦੇ ਹਾਂ ਜਿਹੜੇ important section ਆ, section 113A ਤੇ section 113B। section 113 ਦੇ ਵਿੱਚ ਕੀ ਹੈਗਾ ਏ, ਮੰਨ ਲਓ ਅਗਰ ਇੱਕ ਮੈਰਿਡ ਵੀਮਨ ਮਰ ਗਈ। ਉਹ ਮੈਰਿਡ ਵੀਮਨ ਕਿੱਦਾਂ ਮਰੀ, ਕਿਉਂਕਿ ਉਸ ਮੈਰਿਡ ਵੀਮਨ ਨੇ ਸੁਸਾਈਡ ਕੀਤਾ ਸੀ। ਅਗਰ ਇਹ ਗੱਲ ਆਂਦੀ ਪਈ ਆ ਕਿ ਕਿਤੇ ਇਸ ਮੈਰਿਡ ਵਿਮਨ ਨੂੰ ਸੁਸਾਈਡ ਕਰਨ ਦੇ ਲਈ ਕਿਸੇ ਨੇ ਉਕਸਾਇਆ ਤਾਂ ਨਹੀਂ ਹੈਗਾ, ਤੇ ਅਗਰ ਇਹ ਗੱਲ ਪਤਾ ਲੱਗਦੀ ਆ ਕਿ ਉਸ ਮੈਰਿਡ ਵਿਮਨ ਨੇ ਜੋ ਸੁਸਾਈਡ ਕੀਤਾ ਏ ਉਹ ਵਿਆਹ ਤੋਂ 7 ਸਾਲ ਦੇ ਵਿੱਚ ਕੀਤਾ ਹੈਗਾ ਏ, ਤੇ ਅਗਰ ਇਹ ਵੀ ਗੱਲ ਲੱਗ ਜਾਂਦੀ ਆ ਪਤਾ ਕਿ ਉਹਦਾ ਹਸਬੈਂਡ ਜਾਂ ਉਸ ਹਸਬੈਂਡ ਦੇ ਜੋ ਰਿਲੇਟਿਵ ਸੀ ਉਸ ਔਰਤ ਨੂੰ ਤੰਗ ਪਰੇਸ਼ਾਨ ਕਰਦੇ ਸੀ, ਉਹਦੇ ਉੱਤੇ ਕ੍ਰੂਐਲਿਟੀ ਕਰਦੇ ਸੀ, ਤਾਂ ਉਸ ਟਾਈਮ ਦੇ ਉੱਤੇ ਕੋਰਟ ਮੰਨ ਸਕਦੀ ਆ। ਜ਼ਰੂਰੀ ਨਹੀਂ ਕਿ ਕੋਰਟ ਨੂੰ ਮੰਨਣਾ ਪਏਗਾ, ਕੋਰਟ ਮੰਨ ਸਕਦੀ ਆ ਬਾਕੀ ਸਰਕਮਸਟੈਂਸਸ ਨੂੰ ਧਿਆਨ ਦੇ ਵਿੱਚ ਰੱਖਣ ਤੋਂ ਬਾਅਦ ਵਿੱਚ ਕਿ ਉਸ ਔਰਤ ਨੂੰ ਸੁਸਾਈਡ ਕਰਨ ਦੇ ਲਈ ਮਜਬੂਰ ਉਹਦੇ ਹਸਬੈਂਡ ਜਾਂ ਉਸ ਹਸਬੈਂਡ ਦੇ ਰਿਲੇਟਿਵ ਨੇ ਕੀਤਾ ਸੀ। तो जे क्रूएलिटी का मतलब ਅਸੀਂ ਦੇਖਣਾ ਵਾ ਸੈਕਸ਼ਨ 113 ए ਦੇ ਪੁਆਇੰਟ ਆਫ ਵਿਊ ਦੇ ਨਾਲ, तो सेम वही मीनिंग आ जो कि सैक्शन नंबर 498A ऑफ इंडियन पीनल कोड ਦੇ ਵਿੱਚ ਦੱਸਿਆ ਹੈ। ठीक है जी। तो सैक्शन 113A एक बार मैं पढ़ा देना। 498A ਦੇ ਵਿੱਚ ਡੋਰੀ ਡਿਮਾਂਡ ਦੇ ਬਾਰੇ ਦੱਸਿਆ ਹੋਇਆ ਹੈ। ਸੈਕਸ਼ਨ 113A ਕੀ ਕਹਿ ਰਿਹਾ ਹੈ, presumption as to abetment of suicide by a married woman when the question is, ਜਦੋਂ ਕਿਸੇ ਕੇਸ ਵਿੱਚ ਕੁਐਸਚਨ ਆ whether the commission of suicide by a woman had been abetted by her husband or any relative of her husband, ਕਿ ਜਦੋਂ ਕਿਸੇ ਕੇਸ ਦੇ ਵਿੱਚ ਇੱਕ ਕੁਐਸਚਨ ਆਂਦਾ ਏ ਕਿ ਜੋ ਵਿਮਨ ਦੇ ਦੁਆਰਾ ਕੀਤਾ ਗਿਆ ਸੁਸਾਈਡ ਹੈਗਾ ਵਾ ਉਹ ਕਿਤੇ ਉਕਸਾਇਆ ਤਾਂ ਨਹੀਂ ਗਿਆ ਸੀ ਉਹਦੇ ਹਸਬੈਂਡ ਜਾਂ ਹਸਬੈਂਡ ਦੇ ਰਿਲੇਟਿਵ ਦੇ ਦੁਆਰਾ, ਤੇ ਅਗਰ ਉਸ ਕੇਸ ਦੇ ਵਿੱਚ ਇਹ ਗੱਲ ਸਾਬਤ ਹੋ ਗਈ and it is shown that she had committed suicide, ਕਿ ਉਸਨੇ ਸੁਸਾਈਡ ਕੀਤਾ ਵਾ, ਉਸ ਔਰਤ ਨੇ ਸੁਸਾਈਡ ਕੀਤਾ ਵਾ within a period of 7 years, 7 ਸਾਲ ਦੇ ਵਿੱਚ ਉਹਨੇ ਸੁਸਾਈਡ ਕਰ ਲਿਆ from the date of her marriage, and that her husband or such relative of her husband, ਕਿ ਉਹਦਾ ਹਸਬੈਂਡ ਜਾਂ ਉਹਦੇ ਹਸਬੈਂਡ ਦੇ ਰਿਲੇਟਿਵ had subjected her, ਉਹਨੂੰ ਵਿਚਾਰੀ ਨੂੰ ਮਾਰਦੇ ਕੁੱਟਦੇ ਸੀ, had subjected her to cruelty, the court may presume, ਇੱਥੇ ਗੱਲ ਆਂਦੀ ਕੋਰਟ may presume, shall presume ਨਹੀਂ ਹੈਗਾ। 113B ਦੇ ਵਿੱਚ ਆਪਾਂ ਪੜਾਂਗੇ shall presume। the court may presume having regard to all the other circumstances of the case, ਕੇਸ ਦੇ ਬਾਕੀ ਸਰਕਮਸਟੈਂਸਸ ਨੂੰ ਧਿਆਨ ਦੇ ਵਿੱਚ ਰੱਖਣ ਤੋਂ ਬਾਅਦ ਵਿੱਚ ਕੋਰਟ may presume ਕਰ ਸਕਦੀ ਆ that such suicide had been abetted by her husband or by such relative of her husband। तो एक्सप्लेनेशन ਦੇ ਵਿੱਚ cruelty ਦਾ ਮਤਲਬ ਦੱਸਿਆ ਹੈ। For the purpose of this section, cruelty shall have the same meaning as in section 498A of Indian Penal Code। section 498A ਉਹ ਸੈਕਸ਼ਨ ਆ ਜਿਹਦੇ ਵਿੱਚ ਡੋਰੀ ਡਿਮਾਂਡ ਦੀ ਪਨਿਸ਼ਮੈਂਟ ਦੇ ਬਾਰੇ ਦੱਸਿਆ ਹੋਇਆ ਹੈ। ਸੈਕਸ਼ਨ 113B ਦੀ ਗੱਲ ਕਰਦੇ ਹਾਂ।
ਸੈਕਸ਼ਨ 113 ਬੀ ਡੋਰੀ ਡੈਥ ਦੇ ਬਾਰੇ ਗੱਲ ਕਰਦਾ ਹੈ। 304 ਬੀ ਦੇ ਵਿੱਚ ਡੋਰੀ ਡੈਥ ਦੀ ਪਨਿਸ਼ਮੈਂਟ ਦੱਸੀ ਹੈਗੀ ਹੈ ਤੇ ਸੈਕਸ਼ਨ 113 ਬੀ ਦੇ ਵਿੱਚ ਡੋਰੀ ਡੈਥ ਦੀ ਪ੍ਰੈਜ਼ੰਪਸ਼ਨ ਕਿਹਦੇ ਖਿਲਾਫ ਕ੍ਰੀਏਟ ਕੀਤੀ ਗਈ ਆ ਤੇ ਕਿੱਦਾਂ ਦੀ ਪ੍ਰੈਜ਼ੰਪਸ਼ਨ ਕ੍ਰੀਏਟ ਕੀਤੀ ਗਈ ਆ ਉਹਦੇ ਬਾਰੇ ਅਸੀਂ ਪੜਾਂਗੇ। ਵੈਨ ਦਾ ਕੁਐਸਚਨ, ਜਦੋਂ ਕਿਸੇ ਕੋਰਟ ਦੇ ਵਿੱਚ ਕੁਐਸਚਨ ਆਇਆ, ਪ੍ਰਸ਼ਨ ਉੱਠਿਆ ਕਿ ਵੈਦਰ ਏ ਪਰਸਨ ਹੈਜ਼ ਕਮਿਟਡ ਦਾ ਡੋਰੀ ਡੈਥ ਆਫ ਏ ਵੀਮਨ, ਕਿ ਕਿਸੇ ਵਿਅਕਤੀ ਨੇ ਕਿਸੇ ਔਰਤ ਦੀ ਡੋਰੀ ਡੈਥ ਕੀਤੀ ਆ ਜਾਂ ਨਹੀਂ ਕੀਤੀ। ਐਂਡ ਇਟ ਇਜ਼ ਸ਼ੋਨ, ਤੇ ਇਹ ਗੱਲ ਕੋਰਟ ਦੇ ਸਾਹਮਣੇ ਆਈ, ਡੈਟ ਸੂਨ ਬਿਫੋਰ ਹਰ ਡੈਥ, ਕਿ ਉਸ ਔਰਤ ਦੀ ਡੈਥ ਤੋਂ ਥੋੜੀ ਦੇਰ ਪਹਿਲਾਂ such women had been subjected by such person to cruelty or harassment, ਕਿ ਉਸ ਵਿਮਨ ਨੂੰ ਉਸ ਵਿਅਕਤੀਆਂ ਦੇ ਦੁਆਰਾ ਪੀੜਿਤ ਕੀਤਾ ਜਾਂਦਾ ਹੈ, ਕ੍ਰੂਐਲਿਟੀ ਕੀਤੀ ਜਾਂਦੀ ਸੀ ਜਾਂ ਹਰਾਸਮੈਂਟ ਕੀਤੀ ਜਾਂਦੀ ਸੀ। ਕਿਉਂ? ਫॉर ਇਨ ਔਰ ਇਨ ਕਨੈਕਸ਼ਨ ਵਿਦ ਐਨੀ ਡਿਮਾਂਡ ਆਫ ਡੋਰੀ, ਡੋਰੀ ਡਿਮਾਂਡ ਦੇ ਕਨੈਕਸ਼ਨ ਦੇ ਲਈ ਕ੍ਰੂਐਲਿਟੀ ਕੀਤੀ ਜਾਂਦੀ ਸੀ ਜਾਂ ਹਰਾਸਮੈਂਟ ਕੀਤੀ ਜਾਂਦੀ ਸੀ ਉਸ ਔਰਤ ਦੇ ਉੱਤੇ। ਤਾਂ ਕੋਰਟ ਉਸ ਟਾਈਮ ਦੇ ਉੱਤੇ ਕੀ ਪ੍ਰਜ਼ਿਊਮ ਕਰੇਗੀ? ਦਾ ਕੋਰਟ ਸ਼ੈਲ ਪ੍ਰਜ਼ਿਊਮ, ਇਟ ਇਜ਼ ਵੈਰੀ ਇੰਪੋਰਟੈਂਟ। 113 ਏ ਦੇ ਵਿੱਚ ਅਸੀਂ ਮੇ ਪ੍ਰਜ਼ਿਊਮ ਪੜਿਆ ਸੀ, ਹੁਣ 113 ਬੀ ਦੇ ਵਿੱਚ ਅਸੀਂ ਸ਼ੈਲ ਪ੍ਰਜ਼ਿਊਮ ਕਰਦੇ ਹਾਂ। ਤਾਂ ਕੋਰਟ ਕਈ ਵਾਰ ਪੇਪਰ ਦੇ ਵਿੱਚ ਹੀ ਕੁਐਸਚਨ ਆ ਜਾਂਦਾ ਕਿ 113 ਏ ਦੇ ਵਿੱਚ ਮੇ ਪ੍ਰਜ਼ਿਊਮ ਆ ਜਾਂ ਸ਼ੈਲ ਪ੍ਰਜ਼ਿਊਮ ਆ। 113 ਏ ਦੇ ਵਿੱਚ ਜਦੋਂ ਸੁਸਾਈਡ ਦੀ ਗੱਲ ਕਰਦੇ ਆ ਉੱਥੇ ਮੇ ਪ੍ਰਜ਼ਿਊਮ ਆ, ਜਦਕਿ ਸੈਕਸ਼ਨ 113 ਬੀ ਦੇ ਵਿੱਚ ਪ੍ਰਜ਼ੰਪਸ਼ਨ ਸ਼ੈਲ ਪ੍ਰਜ਼ਿਊਮ ਦੀ ਹੈਗੀ ਹੈ। The court shall presume that such person had caused the dowry death of the women. ਐਕਸਪਲੇਨੇਸ਼ਨ ਦੇ ਵਿੱਚ ਡੋਰੀ ਡੈਥ ਦੇ ਪੁਆਇੰਟ ਆਫ View ਦੇ ਨਾਲ ਡੋਰੀ ਡੈਥ ਦਾ ਮਤਲਬ ਕੀ ਹੈਗਾ ਵਾ, ਇਹ ਸੇਮ ਉਹੀ ਮੀਨਿੰਗ ਆ ਜੋ ਕਿ ਸੈਕਸ਼ਨ 304 ਬੀ ਆਫ ਇੰਡੀਅਨ ਪੀਨਲ ਕੋਡ ਦੇ ਵਿੱਚ ਲਿਖਿਆ ਹੋਇਆ ਹੈ। For the purpose of this section, dowry death shall have the same meaning as in section 304B of Indian Penal Code 1860. I want to repeat section 113B, presumption as to dowry death. When the question is whether a person has committed the dowry death of a woman and it is shown that soon before her death, such women had been subjected by such person to cruelty or harassment, kyun, for or in connection with any demand for dowry, the court shall presume that such person had caused the dowry death. तो एक्सप्लेनेशन ਦੇ ਵਿੱਚ ਡੋਰੀ ਡੈਥ ਦਾ ਮਤਲਬ ਦੱਸਿਆ ਹੈ। For the purpose of this section 113B, dowry death shall have the same meaning as in section 304B of Indian Penal Code, which is the 45th Act of 1860. So this is something about the present lecture.